ਤਬੀਅਤ ਬਹੁਤ ਖਸਤੀ ਹੋ ਗਈ ਹੈ। ਇਹ ਇੱਕ ਕਮਰੇ 'ਚ ਰਹਿੰਦੇ ਆ, ਉਹਦੇ ਵਿੱਚ ਹੀ ਇਹਨਾਂ ਦੀ ਨੂੰਹ ਤੇ ਪੁੱਤ ਰਹਿੰਦੇ ਆ, ਉਹਦੇ ਵਿੱਚ ਹੀ ਜੇ ਧੀ ਆ ਜੇ ਤੇ ਉਹਦਾ ਮਾਲਕ ਰਹਿੰਦਾ ਹੈ। ਤੇ ਸਰਦੀ ਜਦੋਂ ਕੜਾਕੇ ਦੀ ਠੰਡ ਹੁੰਦੀ ਹੈ, ਡੰਗਰ ਬੱਚਾ ਵੀ ਉਸੇ ਕਮਰੇ 'ਚ ਹੁੰਦਾ ਹੈ। ਹੁਣ 75 ਸਾਲ ਹੋ ਗਏ ਇੰਡੀਪੈਂਡੈਂਸ ਨੂੰ। ਮੈਂ ਤਾਂ ਨਹੀਂ ਸਮਝਦਾ ਕਿ ਇਹ ਸਾਨੂੰ ਇੰਡੀਪੈਂਡੈਂਸ ਮਿਲੀ ਹੈ ਕਿ ਆਜ਼ਾਦੀ ਨਹੀਂ ਮਿਲੀ। ਇਹ ਤਾਂ ਜਨਮ ਦੀ ਗੱਲ ਹੈ ਜਿਹੋ ਜਿਹਾ ਇਹਨਾਂ ਦਾ ਜੀਵਨ ਹੈਗਾ। ਸਵੇਰੇ ਤੁਸੀਂ ਦੇਖਦੇ ਹੋ ਇੱਕ ਬੀਬੀ ਦੇ ਖੱਬੇ ਮੋਢੇ ਦੇ ਉੱਤੇ ਖੇਸਾ ਪਾਇਆ ਹੁੰਦਾ ਤੇ ਦੁਪਹਿਰੇ ਆ ਜਾਂਦੀ ਹੈ, ਵਿੱਚ ਉੱਥੇ ਕੱਖ ਹੁੰਦਾ, ਬੂਟੀਆਂ ਹੁੰਦੀਆਂ ਆਪਣੇ ਡੰਗਰ ਦੇ ਲਈ, ਤੇ ਫਿਰ 2 ਵਜੇ ਫਿਰ ਇਹ ਉਹੀ ਪਰਨਾ ਉੱਥੇ ਪਾ ਕੇ ਤੇ ਡੱਕੇ ਡੁੱਕੇ ਟਾਹਣੀਆਂ ਸੂਈਆਂ ਇਕੱਠੀਆਂ ਕਰਕੇ ਲੈ ਕੇ ਆਉਂਦੀ ਹੈ ਤੇ ਇਹ ਰਾਤ ਨੂੰ ਰੋਟੀ ਪਕਾਉਂਦੀ ਹੈ। ਮੇਰਾ ਮਤਲਬ ਇਹੋ ਜਿਹਾ ਜੀਵਨ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਹੋਣਾ ਤੇ ਸਰਕਾਰ ਨੂੰ ਪਤਾ ਨਾ ਹੋਣਾ ਕਿਸੇ ਪਾਰਟੀ ਨੂੰ, ਇਹ ਬਹੁਤ ਗਲਤ ਗੱਲ ਹੈ ਕਿ ਇਸ ਸਮੇਂ ਦੇ ਵਿੱਚ ਬੀਬੀਆਂ ਜੇ ਵੀ ਸੜਕਾਂ ਦੇ ਉੱਤੇ ਧੱਕੇ ਖਾਂਦੀਆਂ ਤੇ ਜਿਹੜੇ ਫੋਰੈਸਟ ਗਾਰਡ ਹੁੰਦੇ ਆ ਉਹ ਗਾਲਾਂ ਕੱਢਦੇ ਆ। ਜੇ ਕਿਸੇ ਦੀ ਪੈੜੀ 'ਚ ਵੜ ਜਾਣ ਤਾਂ ਗਾਲਾਂ ਪੈਂਦੀਆਂ ਕਿ ਇੱਥੇ ਕੀ ਕਰਦੀਆਂ ਇਹ। ਮੇਰਾ ਮਤਲਬ ਹੈ ਕਿ ਇਹੋ ਜਿਹਾ ਜੀਵਨ ਇਹ ਬਿਲਕੁਲ ਇਹ ਇਨਹਿਊਮਨ ਹੈ, ਇਹ ਮਨੁੱਖਤਾ ਦਾ ਜੀਵਨ ਨਹੀਂ ਹੈ ਇਹਨਾਂ ਨੂੰ। ਅਤੇ ਇਹਦਾ ਇਹ ਅੱਛਾ ਇਹਦੇ ਉੱਤੇ ਇਹ ਆਪਾਂ ਨੂੰ ਧਿਆਨ ਦੇਣਾ ਪਊਗਾ ਅਤੇ ਫੋਰੈਸਟ ਡਿਪਾਰਟਮੈਂਟ ਨੂੰ ਸਾਰੇ ਹੁਣ ਦਰਖਤ ਲਗਾ ਦੇਣੇ ਚਾਹੀਦੇ ਹੈ ਸਾਰੀਆਂ ਸੜਕਾਂ ਦੇ ਉੱਤੇ। ਅਤੇ ਪਿੰਡ ਵਾਲਿਆਂ ਨੂੰ ਵੀ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਹਰੇਕ ਗਲੀ ਦੇ ਵਿੱਚ ਪੌਦਾ ਲੱਗਣਾ ਚਾਹੀਦਾ ਹਰਿਆਵਲ ਦਾ। ਅਤੇ ਮਾਨ ਸਾਹਿਬ, ਜਿਹੜਾ ਮੱਤੇਵਾੜ ਜੰਗਲ ਨੂੰ ਉਜਾੜਿਆ ਜਾ ਰਿਹਾ ਹੈ, ਸੈਂਟਰ ਸਰਕਾਰ ਦਾ ਉਹਦੇ 'ਚ ਕਾਫੀ ਵੱਡਾ ਯੋਗਦਾਨ ਹੈ। ਕੀ ਤੁਸੀਂ ਪਾਰਲੀਮੈਂਟ 'ਚ ਇਸ ਵਿਸ਼ੇ 'ਤੇ ਪਾਉਂਗੇ? ਦੇਖੋ ਜੀ, ਇਹ ਇੱਕ ਜਰਨੈਲ ਆਪਣੇ ਸਿਪਾਹੀ ਨੂੰ ਕਹਿੰਦਾ, ਸਿਪਾਹੀਆਂ ਤੋਂ ਲੜੇਗਾ ਜੀ। ਉਹ ਕਹਿੰਦਾ ਜਨਾਬ ਹੋਰ ਮੇਰਾ ਕੰਮ ਕੀ ਹੈ? ਹੁਣ ਦੱਸੋ ਹੋਰ ਮੇਰਾ ਕੰਮ ਕੀ ਹੈ? ਪਾਰਲੀਮੈਂਟ ਜਾਣ ਦਾ ਇਹੀ ਕਰਾਂਗੇ, ਹੋਰ ਕੀ ਕਰਾਂਗੇ। ਮਾਨ ਸਾਹਿਬ, ਪਾਣੀ ਦੇ ਪੱਧਰ ਬਾਰੇ ਬੜੀ ਚਿੰਤਾ ਜਾਰੀ ਹੈ, ਗੱਲਾਂ ਕੀਤੀਆਂ ਜਾਂਦੀਆਂ ਨੇ, ਰਾਜਨੀਤਿਕ ਪਾਰਟੀਆਂ ਵੀ ਬੜੀ ਉਭਾਰ ਕੇ ਗੱਲ ਪੇਸ਼ ਕਰਦੀਆਂ। ਇਹਦਾ ਸਬਸਟੀਚਿਊਟ ਸਾਡੇ ਕੋਲ ਨਹਿਰੀ ਪਾਣੀ ਤੋਂ ਸਿਵਾਏ ਕੁਝ ਨਹੀਂ। ਉਹਦੀ ਸਮਰੱਥਾ ਵਧਾਉਣ ਲਈ ਕੋਈ ਸਾਰਥਕ ਹੱਲ ਨਹੀਂ ਕੀਤਾ ਜਾਂਦਾ, ਉਸ ਪਾਸੇ ਜ਼ੋਰ ਨਹੀਂ ਲਾਇਆ ਜਾਂਦਾ। ਤੁਹਾਡਾ ਕੀ ਕਹਿਣਾ, ਕਿਵੇਂ ਸੰਭਵ ਹੈ? ਚੌਲਾਂ ਦੀ ਖੇਤੀ ਛੱਡ ਨਹੀਂ ਸਕਦੇ, ਨਹਿਰੀ ਪਾਣੀ ਨਾਲ ਸਿਰੇ ਲੱਗ ਸਕਦੀ ਹੈ, ਉਹਦੇ ਪਾਸੇ ਜ਼ੋਰ ਨਹੀਂ ਲੱਗ ਰਿਹਾ। ਕੀ ਕੀਤਾ ਜਾਣਾ ਚਾਹੀਦਾ ਸਰ? ਗੱਲ ਹੈ ਕਿ ਆਪਣੀਆਂ 4 ਪਾਰਟੀਆਂ ਹੈਗੀਆਂ ਜਿਹੜੀਆਂ ਸੈਂਟਰ ਨਾਲ ਚੱਲਦੀਆਂ ਹੈਗੀਆਂ, ਆਮ ਪਾਰਟੀ, ਬਾਦਲ ਪਾਰਟੀ, BJP, RSS ਤੇ ਕਾਂਗਰਸ ਪਾਰਟੀ। ਹੁਣ ਇਹ ਪਾਣੀਆਂ ਦੀ ਗੱਲ ਨਹੀਂ ਕਰਨਾ ਚਾਹੁੰਦੀਆਂ, ਕਿਉਂ ਕਰ ਨਹੀਂ ਸਕਦੀਆਂ, ਕਿਉਂ ਕਰਕੇ ਇਹਨਾਂ ਨੇ ਵੋਟਾਂ ਪਾਉਣੀਆਂ ਹੁੰਦੀਆਂ। ਰਾਜਸਥਾਨ ਦੇ ਵਿੱਚ ਵੀ ਇਲੈਕਸ਼ਨ ਲੜਦੇ ਆ, ਹਰਿਆਣੇ 'ਚ ਵੀ ਲੜਦੇ ਆ ਅਤੇ ਦਿੱਲੀ ਦੇ ਵਿੱਚ ਵੀ ਲੜਦੇ ਆ। ਇਹ ਪਾਰਟੀਆਂ ਫਿਰ ਕਿਵੇਂ ਕਹਿ ਸਕਦੀਆਂ ਕਿ ਅਸੀਂ ਰਾਜਸਥਾਨ 'ਤੇ ਪਾਣੀ ਨੂੰ ਬੰਦ ਕਰਾਂਗੇ ਜਾਂ ਹਰਿਆਣੇ ਨੂੰ ਬੰਦ ਕਰਾਂਗੇ, ਪਹਿਲਾਂ ਆਪਣੀ ਲੋੜ ਪੂਰੀ ਕਰਾਂਗੇ। ਇਹ ਸਿਰਫ ਅਕਾਲੀ ਦਲ ਅੰਮ੍ਰਿਤਸਰ ਜਿਹੜੀ ਇੰਡੀਪੈਂਡੈਂਟ ਪਾਰਟੀ ਹੈ, ਜਿਹੜਾ ਲਗਾਓ ਦਿੱਲੀ ਦੇ ਨਾਲ ਨਹੀਂ ਹੈ, ਉਹੋ ਜਿਹੀ ਪਾਰਟੀ ਕਰ ਸਕਦੀ ਹੈਗੀ ਹੈ। ਇਹ ਤਾਂ ਲੋਕਾਂ ਦੀ ਗਲਤੀ ਹੈ ਜਿਹੜੀ ਇਹਨਾਂ ਪਾਰਟੀਆਂ ਨੂੰ ਵੋਟਾਂ ਪਾ ਕੇ ਭੇਜਦੇ ਹੈ। ਹੁਣ ਆਮ ਪਾਰਟੀ ਸੱਤਾ ਦੇ ਵਿੱਚ ਹੈਗੀ, ਆਮ ਪਾਰਟੀ ਨੇ ਮੈਂ ਕਹਿੰਦੀ ਕਿ ਜਦੋਂ ਉਹ ਕਹਿੰਦੀ ਹੈ ਹਰਿਆਣੇ 'ਚ ਵੀ ਮੈਂ ਇਲੈਕਸ਼ਨ ਲੜਨੀ ਹੈ, ਰਾਜਸਥਾਨ 'ਚ ਵੀ ਲੜਨੀ ਹੈ, ਅਤੇ ਉਹ ਅਖਲਾਕੀ ਤੌਰ ਦੇ ਉੱਤੇ ਕਿਵੇਂ ਕਹਿ ਦੂਗੀ ਕਿ ਪਾਣੀਆਂ ਦੇ ਉੱਤੇ ਅਸੀਂ ਇਹ ਮੁਆਵਜ਼ਾ ਲਾਵਾਂਗੇ। ਜਿਵੇਂ ਜਿੰਨੇ ਵੀ ਸੰਤ ਮਹਾਤਮਾ ਜਿੰਨਾ ਵੀ ਪੱਥਰ ਲੈ ਕੇ ਆਉਂਦੇ ਹੈ ਰਾਜਸਥਾਨ ਤੋਂ, ਉਹਦਾ ਇਹ ਦਿੰਦੇ ਹੈ ਕੁਛ ਨਾ ਕੁਛ ਮੁਆਵਜ਼ਾ ਜਾਂ ਕੋਈ ਚੀਜ਼। ਅਤੇ ਇੱਥੇ ਸਾਡੇ ਪਾਣੀ ਜੇ ਜਬਰੀ ਜਾਂਦਾ ਹੈ ਅਤੇ ਇੱਕ ਬਿੱਲ ਹੋਣਾ ਚਾਹੀਦਾ ਹੈ ਇਹ ਅਸੈਂਬਲੀ ਦੇ ਵਿੱਚ ਕਿ ਅਸੀਂ ਵੀ ਪਾਣੀ ਦਾ ਇਹ ਮੁਆਵਜ਼ਾ ਲਈਏ ਅਤੇ ਕਿੰਨਾ ਹੋਣਾ ਚਾਹੀਦਾ। ਪਰ ਕਿਉਂ ਕਰਕੇ ਆਮ ਪਾਰਟੀ ਆ, ਹੁਣ ਇਹ ਤਾਂ ਕਰ ਨਹੀਂ ਸਕਦੀ, ਕਿਉਂ ਕਰਕੇ ਫਿਰ ਰਾਜਸਥਾਨ ਅਤੇ ਹਰਿਆਣਾ ਤਾਂ ਦਿੱਲੀ ਦੇ ਵਿੱਚ ਇਲੈਕਸ਼ਨ ਕਿਵੇਂ ਲੜ ਸਕਦੀ ਹੈ? ਇਹ ਤਾਂ ਆਪਣੇ ਲੋਕਾਂ ਨੇ ਆਪ ਆਪਣੇ ਪੈਰਾਂ ਦੇ ਉੱਤੇ ਕੁਹਾੜੇ ਮਾਰੇ ਹੋਏ ਹੈ ਅਤੇ ਫਿਰ ਪਾਣੀਆਂ ਦੀ ਆਪਾਂ ਗੱਲਾਂ ਕਰਦੇ ਹਾਂ, ਹੋਰ ਗੱਲਾਂ ਕਰਦੇ ਹਾਂ। ਇਹ ਕਰ ਹੀ ਨਹੀਂ ਸਕਦੀਆਂ ਹੈਗੀਆਂ। ਹੁਣ ਜਿਹੜੀ ਸਮਗਲਿੰਗ ਹੋ ਰਹੀ ਹੈ, ਇਹ ਗੋਲੀਆਂ ਦੀ, ਨਸ਼ਿਆਂ ਦੀ, ਅਸਲੇ ਦੀ, ਬਰੂਦ ਦੀ, ਅਤੇ ਗੌਰਮੈਂਟ ਆਫ ਇੰਡੀਆ ਨੂੰ ਇਹਦਾ ਫਿਕਰ ਹੀ ਨਹੀਂ। ਇਹਨਾਂ ਨੇ ਇਹ ਜਿਹੜੀ ਬਾਰਡਰ ਦੇ ਉੱਤੇ BSF ਲੱਗੀ ਹੋਈ ਹੈ ਉਹਨੂੰ ਤਾਂ ਅੰਦਰ ਸੱਦ ਲਿਆ 50 ਕਿਲੋਮੀਟਰ ਅੰਦਰ ਪੰਜਾਬ ਦੇ, ਕਿ ਪੰਜਾਬ ਦੇ ਉੱਤੇ ਸਿੱਖਾਂ ਦੇ ਉੱਤੇ ਇਹਨਾਂ ਨੂੰ ਇਤਬਾਰ ਨਹੀਂ ਹੈ।
ਤੇ ਇਤਬਾਰ ਫਿਰ ਇਹ ਪਾਕਿਸਤਾਨ ਦੇ ਉੱਤੇ ਜ਼ਿਆਦਾ ਹੋਇਆ ਸਿੱਖਾਂ ਨਾਲ। ਜਦੋਂ BSF ਨੇ ਹਟਾ ਲਿਆ ਇੱਧਰ ਨੂੰ ਤੇ ਫਿਰ ਸਮਗਲਿੰਗ ਤੇ ਬਰੂਦ ਤੇ ਸਾਰਾ ਕੁਛ ਤਾਂ ਆਊਗਾ ਹੀ, ਹੈ ਨਾ। ਇੱਕ ਮਾਨ ਸਾਹਿਬ 2024 ਦੇ ਵਿੱਚ 13 ਦੀਆਂ 13 ਸੀਟਾਂ ਦੇ ਉੱਪਰ ਇਲੈਕਸ਼ਨ ਲੜੋਗੇ ਤੁਸੀਂ? ਹਾਂ ਸਰ, ਰਾਜਦੇਵ ਸਿੰਘ ਸਾਰੇ ਤਿਆਰ ਹੈਗੇ ਆ, ਸਾਡੇ ਸੀਨੀਅਰ ਲੀਡਰ ਹੈ, ਆਪਾਂ ਸਾਰੀਆਂ ਲੜਾਂਗੇ। ਹੁਣ ਇਹ ਮੇਰਾ ਖਿਆਲ UP 'ਚ ਵੀ ਲੜਨੀ ਪੈਣਗੀਆਂ, ਕਿਉਂਕਿ ਮੁਸਲਮਾਨ ਕਹਿ ਰਹੇ ਆ ਕਿ ਜੀ ਤੁਸੀਂ ਤੁਹਾਡੀ ਪਾਰਟੀ ਤੇ ਰਾਜਸਥਾਨ ਇੱਥੇ ਆ ਕੇ ਇਲੈਕਸ਼ਨ ਲੜੋ, ਤੇ ਸਾਨੂੰ ਯਕੀਨ ਹੈ ਕਿ ਇਹ ਮੁਸਲਮਾਨਾਂ ਦੇ ਇਲਾਕਿਆਂ ਦੇ ਵਿੱਚ ਤੁਹਾਨੂੰ ਪੂਰੀ ਸਾਡੀ ਅਮਦਾਦ ਮਿਲੂਗੀ। ਤੇ ਕਸ਼ਮੀਰ ਦੇ ਵਿੱਚ ਵੀ ਕਸ਼ਮੀਰੀ ਕਹਿ ਰਹੇ ਆ ਕਿ ਤੁਹਾਡੀ ਪਾਰਟੀ ਨੂੰ ਲੜਨਾ ਚਾਹੀਦਾ ਹੈ। ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ UP, ਰਾਜਸਥਾਨ ਤੇ ਜੰਮੂ ਕਸ਼ਮੀਰ ਦੇ ਅੰਦਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਚੋਣਾਂ ਲੜੇਗਾ। ਹਾਂ, ਲੋਕਾਂ ਦੀ ਮੰਗ ਹੈ। ਹਾਂ, ਲੋਕਾਂ ਦੀ ਮੰਗ। ਤੁਹਾਡੀ ਵਿਚਾਰਧਾਰਾ? ਹਾਂ, ਮਾਨ ਸਾਹਿਬ ਗੀਤ ਬੰਦ ਕੀਤੇ ਗਏ ਨੇ, ਰਿਹਾਈ ਲਿੰਕ ਬੰਦ ਹੋਇਆ ਹੁਣ ਕਮਲ ਗਰੇਵਾਲ ਦਾ, ਉਸ ਤੋਂ ਪਹਿਲਾਂ ਸਿੱਧੂ ਮੂਸੇਵਾਲੇ ਦੇ SYL ਗੀਤ ਨੂੰ ਜਿਹੜਾ ਬੈਨ ਕੀਤਾ ਗਿਆ, ਕੀ ਦੇਖਦੇ ਹੋ ਇਹਦੇ ਬਾਰੇ? ਇਹ ਵਕੀਲ ਸਾਹਿਬ ਨੂੰ ਜ਼ਿਆਦਾ ਪਤਾ ਕਿ ਫਰੀडम ਜਿਹੜੀ ਆਜ਼ਾਦੀ ਹੈ ਨਾ ਸਾਡੀ ਬੋਲਣ ਦੀ ਤੇ ਆਪਣੇ ਖਿਆਲਾਤ ਪ੍ਰਗਟ ਕਰਨ ਦੀ ਆਰਟੀਕਲ 19 ਦੇ ਵਿੱਚ ਲਿਖੀ ਹੋਈ ਹੈ, 21 ਦੇ ਵਿੱਚ ਵੀ ਹੈਗੀ ਹੈ। ਤੇ ਉਹ ਸੈਂਟਰ ਦੀ ਰੁਤਬਾ ਜਿਹੜੀ ਸਰਕਾਰ ਹੈਗੀ ਹੈ BJP RSS, ਇਸ ਨੇ ਸਾਡੀ ਆਜ਼ਾਦੀਆਂ ਦੇ ਉੱਤੇ ਛਾਪੇ ਮਾਰਦੇ ਹੈਗੇ ਆ, ਜਿਹੜਾ ਕਿ ਬਹੁਤ ਬੁਰੀ ਗੱਲ ਹੈ। ਕੋਈ ਇਹ ਮੂਸੇਵਾਲ ਸਾਹਿਬ ਨੇ SYL ਦੀ ਗੱਲ ਨਹੀਂ ਕੀਤੀ। ਤੇ ਉਦੋਂ ਮੈਂ ਉਹਨਾਂ ਦੇ ਪਾਪਾ ਜੀ ਨੂੰ ਮਿਲਿਆ ਸੀਗਾ, ਤੇ ਪਾਪਾ ਜੀ ਕਹਿੰਦੇ ਕਿ ਮਾਨ ਸਾਹਿਬ ਇਹ ਕਿ 3 ਦਿਨ ਪਹਿਲਾਂ ਇਹ ਰਿਲੀਜ਼ ਹੋ ਜਾਂਦਾ ਗੀਤ ਤੇ 1 ਲੱਖ ਤੋਂ ਜ਼ਿਆਦਾ ਤੁਸੀਂ ਜਿੱਤਣਾ ਸੀਗਾ। ਸੋ ਮੇਰਾ ਮਤਲਬ ਹੈ ਕਿ ਇਹਦੇ 'ਚ ਲਿਖਿਆ ਕੀ ਹੋਇਆ, ਜਿਹਦੇ ਨਾਲ ਸੈਂਟਰ ਨਾਰਾਜ਼ ਹੈਗਾ ਤੇ ਉਹਦੇ 'ਤੇ ਬੈਨ ਕਰ ਦਿੱਤਾ ਹੈ। ਕਸ਼ਮੀਰ ਫਾਈਲ ਨੂੰ ਤਾਂ ਜੰਗੀ ਪੱਧਰ ਦੇ ਟੈਕਸ ਫ੍ਰੀ ਕਰਕੇ ਦਿਖਾਇਆ ਜਾਂਦਾ, ਕਸ਼ਮੀਰ ਫਾਈਲ ਫਿਲਮ ਨੂੰ ਟੈਕਸ ਫ੍ਰੀ ਵੀ ਕੀਤਾ ਜਾਂਦਾ। ਠੀਕ ਹੈ, ਕਸ਼ਮੀਰ ਫਾਈਲ ਫਿਲਮ ਆਈ ਸੀ ਇੱਕ ਪਿੱਛੇ ਜਿਹੀ, ਹਾਂ। ਉਹਨੂੰ ਟੈਕਸ ਫ੍ਰੀ ਕਰਕੇ ਸੈਂਟਰ ਨੇ ਜਿਹੜਾ ਸਿਨੇਮਾ ਚਲਾਇਆ ਗਿਆ। ਪਤਾ ਨਹੀਂ ਉੱਥੇ ਇਹ ਤਾਰੀਫ ਕੀਤੀ ਹੋਣੀ ਹੈ ਇੰਡੀਆ ਦੀ ਜਾਂ ਕੁਛ ਇਸ ਤਰ੍ਹਾਂ ਦੀ ਕੋਈ government, ਪਰ ਉੱਥੇ ਜ਼ੁਲਮ ਬਹੁਤ ਹੋ ਰਿਹਾ ਹੈ। ਤੇ ਉਹ ਫਿਲਮ ਨੂੰ ਜਿਹੜਾ ਜ਼ੁਲਮ ਕਰ ਰਹੇ ਹੈ ਮੁਸਲਮਾਨਾਂ ਦੇ ਉੱਤੇ, ਕਿਉਂ ਕਰਕੇ ਜਿਹੜਾ ਐਕਸ ਕਾਨੂੰਨ ਹੈ ਉਹਦੇ ਵਿੱਚ ਫੌਜ ਤੁਹਾਨੂੰ ਗੋਲੀ ਵੀ ਮਾਰ ਸਕਦੀ ਹੈ, ਤੁਹਾਡੀਆਂ ਬੀਬੀਆਂ ਦੇ ਉੱਤੇ ਜਬਰ ਜਨਾਹ ਵੀ ਕਰ ਸਕਦੀ ਹੈ, ਤੁਹਾਨੂੰ ਲੁਕੋ ਵੀ ਸਕਦੀ ਹੈ, ਕੋਈ ਵੀ ਜੁਰਮ ਜਿਹੜਾ ਕਰ ਸਕਦੀ ਹੈ, ਪਰ ਉਹਦੇ 'ਤੇ ਤੁਹਾਡੀ FIR ਨਹੀਂ ਲਿਖੀ ਜਾਊਗੀ। ਤੇ ਸੁਪਰੀਮ ਕੋਰਟ ਜਿਹੜੀ ਰਖਵਾਲੀ ਹੈ ਇਹ ਸੰਵਿਧਾਨ ਦੀ, ਉਹ ਚੁੱਪ ਕਰਕੇ ਬੈਠੀ ਹੈ, ਉਹ ਦੇਖੀ ਜਾਂਦੀ ਹੈ ਕੀ ਹੋ ਰਿਹਾ ਹੈ। ਮੇਰਾ ਮਤਲਬ ਕਹਿਣ ਦਾ ਕਿ ਜਿਹੜੀ ਸਾਡੀ ਸੁਪਰੀਮ ਕੋਰਟ ਹੈ ਉਹ ਵੀ ਹਿੰਦੂਤਵਾ ਦੇ ਵਿੱਚ ਮਿਲ ਗਈ ਹੈ। ਤੇ ਤੁਸੀਂ ਇਹ ਦਲੇਰੀ ਦੇ ਨਾਲ ਲਿਖ ਸਕਦੇ ਹੋ, ਕੋਈ ਕੰਟੈਂਪਟ ਆਫ ਕੋਰਟ ਨਹੀਂ ਹੋ ਸਕਦਾ, ਕਿਉਂ ਕਰਕੇ ਸੱਚੀ ਗੱਲ ਹੈ। ਹੁਣ ਜੇ ਕੰਟੈਂਪਟ ਆਫ ਕੋਰਟ ਸੁਪਰੀਮ ਕੋਰਟ ਕਰੂਗੀ, ਉੱਥੇ ਜਾ ਕੇ ਆਪਾਂ ਕਹਾਂਗੇ ਕਿ ਇਹ ਤੁਸੀਂ ਰਖਵਾਲੇ ਹੈਗੇ ਹੋ ਕਨਸਟੀਟਿਊਸ਼ਨ ਦੇ, ਤੇ ਤੁਹਾਨੂੰ ਪਤਾ ਨਹੀਂਗਾ ਕਿ ਇਹ ਸਾਰਾ ਇਹ ਸੰਵਿਧਾਨ ਤੇ ਗਲਤ ਹੈ ਕਿ ਇਹ ਫੌਜਾਂ ਕਿਵੇਂ ਲੋਕਾਂ ਨੂੰ ਮਾਰ ਸਕਦੀਆਂ, ਕਿਵੇਂ ਜਬਰ ਜਨਾਹ ਕਰ ਸਕਦੀਆਂ, ਕਿਵੇਂ ਉਹਨਾਂ ਨੂੰ ਲੁਕੋ ਕੇ ਰੱਖ ਸਕਦੀਆਂ, ਕਿਵੇਂ ਉਹਨਾਂ ਨੂੰ ਲੁੱਲਾ ਕਰ ਸਕਦੀਆਂ। ਜਦੋਂ ਅਖਲਾਕੀ ਗੱਲ ਕਰੀਏ ਫਿਰ ਅਦਾਲਤ ਨਹੀਂ ਕੁਛ ਕਰ ਸਕਦੀ ਹੈਗੀ। ਇਹ ਐਵੇਂ ਵਹਿਮ ਹੈ ਤੁਹਾਨੂੰ ਅਖਬਾਰਾਂ ਵਾਲਿਆਂ ਨੂੰ ਕਿ ਇਹ ਮਾਨਹਾਨੀ ਹੋ ਜੂਗੀ, ਮਾਨਹਾਨੀ ਕੋਈ ਨਹੀਂ ਹੁੰਦੀ ਹੈਗੀ। ਜਿਹੜੀ ਸੰਸਥਾ ਗਲਤ ਗੱਲ ਕਰਦੀ ਹੈ ਉਹ ਤੁਹਾਨੂੰ ਕਦੇ ਨਹੀਂ ਬੁਲਾ ਸਕਦੀ ਹੈਗੀ, ਉਹਦੀ ਹੋਰ ਬੇਇੱਜ਼ਤੀ ਹੋਊਗੀ। ਆ ਵਕੀਲ ਸਾਹਿਬ ਹੈ ਉੱਥੇ ਜਾ ਕੇ ਖੜੇ ਹੋ ਜਾਣਗੇ, ਕਹਿਣਗੇ ਕਿ ਇਹ ਮਾਨ ਠੀਕ ਕਹਿ ਰਿਹਾ, ਹੋਰ ਦੱਸੋ ਇਹਦੇ 'ਚ ਕੀ ਗਲਤ ਹੈ, ਤੁਸੀਂ ਆਪਣਾ ਕਨਸਟੀਟਿਊਸ਼ਨ ਕੰਮ ਕਰਦੇ ਹੋ ਕਿ ਨਹੀਂ, ਫਿਰ ਕੀ ਕਹਿ ਦੇਣਗੇ। ਮਾਨ ਸਾਹਿਬ ਇੱਕ ਨਸ਼ਿਆਂ ਦੀ ਗੱਲ ਕਰਦੇ ਸੀ ਆਪਾਂ, ਨਸ਼ਿਆਂ ਪਿੱਛੇ ਅੱਜ ਨਸ਼ਿਆਂ ਦੇ ਪਿੱਛੇ ਤਾਂ ਗੌਰਮੈਂਟ ਕੋਈ ਧਿਆਨ ਨਹੀਂ ਦੇ ਰਹੀ, ਨਾ ਹੀ ਪੁਲਿਸ ਧਿਆਨ ਦੇ ਰਹੀ ਹੈ। ਇੱਕ ਅੱਜ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਫੋਟੋ ਲਾ ਰਹੇ, ਉਹਨਾਂ ਤੇ ਜਾਣੀ ਕਿ ਪੁਲਿਸ ਸਭ ਜਾਣੀ ਕਿ ਵਰਕਰਾਂ ਤੋਂ ਫੋਟੋਆਂ ਖਿੱਚ ਰਹੀ ਹੈ, ਉਹਨਾਂ ਤੋਂ ਜਾਣੀ ਕਿ ਪੋਸਟਰ ਪਾੜ ਰਹੀ ਹੈ, ਉਹਦੇ ਬਾਰੇ ਆਪਾਂ ਕੀ ਕਹਿਣਾ ਚਾਹੁੰਦੇ ਹਾਂ? ਪੁਲਿਸ ਨੇ ਪਾੜੇ ਹੈ ਜੀ ਸੰਤਾਂ ਹਾਂਜੀ। ਨੂੰ, ਫਿਰ ਨਹੀਂ ਪਾੜਨੇ ਜਲੰਧਰ ਵਿੱਚ ਚਾਹੀਦੇ। ਪ੍ਰੋਟੈਸਟ ਹੋਇਆ ਸੀਗਾ, ਇਹਨਾਂ ਨੇ ਇੱਕ ਆਰਡਰ ਜਾਰੀ ਕਰਤਾ, ਉਹ ਕਹਿੰਦੇ ਵੀ ਜਿਹੜੀਆਂ ਇੱਕੋ ਮੰਡ ਹੈ, ਮੰਡ ਨੇ ਇੱਕ ਐਪਲੀਕੇਸ਼ਨ ਦਾਇਰ ਕੀਤੀ, ਜਿਹੜਾ ਰੋਡਵੇਜ਼ ਦਾ ਮੈਨੇਜਰ ਹੈ, ਕਹਿੰਦੇ ਕਿ ਜਿਹੜੀਆਂ ਰੋਡਵੇਜ਼ ਦੀਆਂ ਬੱਸਾਂ ਦੇ ਵਿੱਚ ਆਪਣੇ ਸੰਤ ਭਿੰਡਰਾਂਵਾਲੇ ਦੀਆਂ ਫੋਟੋ ਦੇ ਨਾਲ ਲਿਖ ਕੇ ਥੱਲੇ ਲਾਇਆ ਹੋਇਆ ਵੀ ਉਹਦੇ ਨਾਲ ਇੱਕ ਜਿਹੜਾ ਹਿੰਸਾ ਪੈਦਾ ਹੁੰਦੀ ਆ, ਵੀ ਆਪਸੀ ਵੈਰ ਵਿਰੋਧ ਪੈਦਾ ਹੁੰਦਾ, ਵੀ ਉਹਨੂੰ ਉਤਾਰਿਆ ਜਾਵੇ। ਇਹਨਾਂ ਨੇ ਹੁਕਮ ਲੈ ਲਿਆ ਵੀ ਉਤਾਰ ਦਿਓ। ਸਿੱਖ ਜਥੇਬੰਦੀਆਂ ਨੇ
ਉੱਥੇ ਪ੍ਰੋਟੈਸਟ ਕੀਤਾ ਜਲੰਧਰ ਦੇ ਵਿੱਚ। ਉਹਨਾਂ ਨੇ ਪੋਸਟਰ ਚਿਪਕਾਉਣੇ ਚਾਹੇ ਬੱਸਾਂ ਤੇ, ਪਰ ਪੁਲਿਸ ਉਤਾਰ ਕੇ ਉਹਨਾਂ ਨੂੰ ਥੱਲੇ ਸਿੱਟ ਰਹੀ ਹੈ। ਇਹ ਗੱਲ ਤਾਂ ਫਿਰ ਗਾਂਧੀ ਤੇ ਵੀ ਲੱਥਣਗੇ, ਨਹਿਰੂ ਤੇ ਵੀ ਲੱਥਣਗੇ, ਮੋਦੀ ਤੇ ਵੀ ਲੱਥਣਗੇ, ਸਵਾਰਕਰ ਤੇ ਵੀ ਲੱਥਣਗੇ। ਇਹ ਗੱਲ ਗਲਤ ਪ੍ਰਥਾ ਪਾ ਰਹੀ ਹੈ ਪੁਲਿਸ, ਤੇ ਫਿਰ ਇਹਨਾਂ ਨੂੰ ਸੱਟ ਨਹੀਂ ਲੱਗਣੀ ਚਾਹੀਦੀ। ਜਦੋਂ ਨਹਿਰੂ ਗਾਂਧੀ ਇਹਨਾਂ ਦੇ ਇਹ ਪੋਸਟਰ ਲੱਥਣ ਲੱਗ ਕੇ, ਜਿਹੜੇ ਬੀਜੇਪੀ ਦਾ ਗੁਰੂ ਸੀਗਾ ਸਵਾਰਕਰ ਸੀਗਾ ਜੀ, ਗੋਲਵਰਕਰ, ਜਦੋਂ ਉਹਨਾਂ ਦੇ ਪੋਸਟਰ ਲੱਥੇ ਤਾਂ ਫਿਰ ਇਹਨਾਂ ਨੂੰ ਦੁੱਖ ਨਹੀਂ ਹੋਣਾ ਚਾਹੀਦਾ ਹੈਗਾ। ਮਾਨ ਸਾਹਿਬ, ਹਸਪਤਾਲਾਂ ਦੀ ਗਿਣਤੀ ਵੱਧ ਰਹੀ ਹੈ, ਬਿਮਾਰੀਆਂ ਦਾ ਪ੍ਰਕੋਪ ਵੱਧ ਰਿਹਾ ਹੈ, ਇਹਦੇ ਲਈ ਕੋਈ ਸਾਰਥਿਕ ਨੀਤੀ ਕਿੱਦਾਂ ਦੀ ਹੋਣੀ ਚਾਹੀਦੀ ਹੈ? ਹਰ ਘਰ 'ਚ 5 ਜੀ ਰਹਿੰਦੇ ਨੇ, 5 ਪੀੜਤ ਨੇ ਦਵਾਈ ਖਾ ਰਹੇ ਨੇ, ਕੀ ਹੱਲ ਹੋ ਸਕਦਾ ਸਰ? ਇਹਦਾ ਕੀ ਕੀਤਾ ਜਾਣਾ ਚਾਹੀਦਾ? ਇਹ ਤਾਂ ਇਹਨਾਂ ਦਾ ਮੈਨੀਫੈਸਟੋ ਹੈ ਜੀ, ਮਹੱਲੇ ਦੇ ਵਿੱਚ ਸਕੂਲ ਹੋਊਗਾ ਅਤੇ ਹਸਪੀਟਲ ਹੋਊਗਾ, ਤੇ ਫਿਰ ਇਹ ਆਪਣਾ ਜਿਹੜਾ ਮੈਨੀਫੈਸਟੋ ਆਮ ਆਦਮੀ ਪਾਰਟੀ ਉਹਨੂੰ ਲੈ ਕੇ ਆਵੇ, ਐਕਸ਼ਨਸ ਲੈ ਕੇ ਆਵੇ। ਸਾਰੇ ਮਹੱਲੇ ਦੇ ਵਿੱਚ ਹਸਪੀਟਲ ਤੇ ਸਕੂਲ ਤਾਂ ਹੋਣਾ ਚਾਹੀਦਾ, ਜਿਵੇਂ ਇਹਨਾਂ ਨੇ ਤੁਹਾਨੂੰ ਪ੍ਰੋਮਿਸ ਕੀਤਾ ਹੋਇਆ। ਮਾਨ ਸਾਹਿਬ, ਪ੍ਰੋਮਿਸ ਤਾਂ ਕੀਤਾ ਹੋਇਆ ਡਾਕਟਰ ਸਾਹਿਬਾਨ ਤਾਂ ਪਹਿਲਾਂ ਹਸਪੀਟਲਾਂ 'ਚ ਪੂਰੀ ਨਹੀਂ ਹੈਗੀ। ਜਿਹੜੇ ਪਹਿਲਾਂ ਹਸਪਤਾਲ ਚੱਲ ਰਹੇ ਨੇਗੇ, ਸਰਕਾਰਾਂ 100 ਸਾਲ ਪਹਿਲਾਂ ਹਸਪਤਾਲ ਚੱਲ ਰਹੇ, ਉੱਥੇ ਡਾਕਟਰ ਹੀ ਨਹੀਂ ਪੂਰੇ ਹੈਗੇ, ਸਟਾਫ ਹੀ ਨਹੀਂ ਪੂਰੇ ਹੈਗੇ। ਆਮ ਆਦਮੀ ਪਾਰਟੀ ਨੇ ਜਿਹੜੇ ਇਹ ਵਾਅਦੇ ਕੀਤੇ ਆ, ਝੂਠੇ ਕੀਤੇ ਆ, ਤੁਹਾਨੂੰ ਝਠਾਇਆ, ਤੁਸੀਂ ਵੋਟਾਂ ਝੂਠ ਦੇ ਉੱਤੇ ਪਾਈਆਂ ਹੈਗੀਆਂ ਸਾਰਿਆਂ ਨੇ। ਤੁਸੀਂ ਆਪਣੇ ਪੀੜ੍ਹੀ ਥੱਲੇ ਵੀ ਜਰਾ ਸੋਟਾ ਮਾਰ ਕੇ ਦੇਖੋ ਕਿ ਅਸੀਂ ਵੀ ਫਿਰ ਸਾਡੇ ਨਾਲ ਬੇਈਮਾਨੀ ਹੋਈ ਹੈ। ਤੁਹਾਡਾ ਵੀ ਫਰਜ਼ ਬਣਦਾ ਹੈ ਕਿ ਇਹਨਾਂ ਦੇ ਖਿਲਾਫ ਚਿੱਠੀ ਲਿਖੋ ਤੇ ਇਹਨਾਂ ਦੇ ਖਿਲਾਫ ਕੇਸ ਕਰੋ ਕਿ ਤੁਸੀਂ ਝੂਠੇ ਵਾਅਦੇ ਕਿਉਂ ਕੀਤੇ ਹੈ ਸਾਡੇ ਨਾਲ। ਇਹ ਤਾਂ ਪਬਲਿਕ ਦਾ ਵੀ ਹੈ, ਜਿਨ੍ਹਾਂ ਨੂੰ ਇਹਨਾਂ ਨੇ ਗਲਤ ਵਾਅਦੇ ਕਰਕੇ ਤੇ ਇਸ ਤਰ੍ਹਾਂ ਕਰ ਦਿੱਤਾ ਹੈਗਾ। ਦਿਨੋਂ ਦਿਨ ਕਾਤਲੋਗਰਦੀ ਵੱਧਦੀ ਜਾਂਦੀ ਹੈ ਜੀ। ਹਥਿਆਰਾਂ ਦਾ ਯੁੱਗ ਹੈਗਾ, ਮੋਗੇ ਗੋਲੀ ਚੱਲ ਗਈ ਜੀ, ਧਨੌਲੇ ਚੱਲ ਗਈ, ਫਲਾਣਾ ਮਰ ਗਿਆ ਜੀ। ਜਿਹੜਾ ਇਹ ਪ੍ਰਕੋਪ ਹੈ ਹਥਿਆਰ ਦਾ ਜ਼ਿਆਦਾ ਵੱਧਦਾ ਜਾ ਰਿਹਾ ਹੈਗਾ। ਇਹਦੇ ਬਾਰੇ ਸਿੱਧੂ ਮੂਸੇਵਾਲੇ ਦੀ ਗੱਲ ਕਰ ਲਈਏ, ਉਹਦਾ ਕਤਲ ਹੋਇਆ, ਹਾਲੇ ਤੱਕ ਉਹਦੇ ਕਤਲ ਨਹੀਂ ਫੜੇ ਗਏ। ਸੈਂਟਰ ਤੋਂ ਵੀ ਮੰਗ ਕਰੀ ਸੀ ਜਾਂਚ ਦੀ, ਪੰਜਾਬ ਸਟੇਟ ਨੇ ਨਹੀਂ ਲੈ ਕੇ ਤਾਂ ਕੇਂਦਰ ਦੇ ਵਿੱਚ ਹੁਣ ਤੁਸੀਂ ਬੈਠੇ ਹੋਗੇ, ਸਾਡੇ ਮੈਂਬਰ ਪਾਰਲੀਮੈਂਟ ਹੋ, ਤੁਸੀਂ ਇਹਦੇ ਬਾਰੇ ਕੀ ਮੁੱਦਾ ਚੁੱਕੋਗੇ? ਅਸੀਂ ਤਾਂ ਪਾਰਲੀਮੈਂਟ ਦੇ ਵਿੱਚ ਜਿਹੜਾ ਇਹ ਆਪਣਾ ਸੰਦੀਪ ਸਿੰਘ ਸਿੱਧੂ ਹੈ ਤੇ ਇਹ ਮੂਸੇਵਾਲ ਸਾਹਿਬ ਦੀ ਤਾਂ ਵਰਸ਼ਗੰਢ ਕਰਨੀ ਹੈ ਕਿ ਇਹ ਇੰਟਰਨੈਸ਼ਨਲ ਤਫਤੀਸ਼ ਹੋਣੀ ਚਾਹੀਦੀ ਹੈ, ਕਿਉਂ ਕਰਕੇ ਇੰਡੀਆ ਦੀ ਸਰਕਾਰ ਇਹ ਤਫਤੀਸ਼ ਕਰ ਨਹੀਂ ਸਕਦੀ, ਕਿਉਂ ਕਰਕੇ ਸਾਨੂੰ ਸ਼ੱਕ ਪੈਂਦਾ ਹੈ ਕਿ ਇਹਨਾਂ ਨੇ ਆਪ ਹੀ ਉਹਨਾਂ ਨੂੰ ਕਤਲ ਕਰਵਾਇਆ ਹੈਗਾ। ਕਿਉਂ ਕਰਕੇ ਦਿੱਲੀ ਦੀ ਪੁਲਿਸ ਨੇ ਤੇ ਸੈਂਟਰ ਦੀ ਆਈਬੀ ਨੇ ਪੰਜਾਬ ਸਰਕਾਰ ਨੂੰ ਪਹਿਲੇ ਕਹਿ ਦਿੱਤਾ ਸੀਗਾ ਕਿ ਇਹਦਾ ਕਤਲ ਹੋਣ ਵਾਲਾ ਹੈ, ਤੇ ਜਿੱਦਣ ਆਈਬੀ ਤੇ ਦਿੱਲੀ ਨੇ ਕਿਹਾ ਪੁਲਿਸ ਨੇ, ਉਸ ਦਿਨ ਹੀ ਉਹਦੀ ਸਿਕਿਉਰਿਟੀ ਵਾਪਸ ਲਈ ਗਈ। ਤੇ ਮੇਰਾ ਮਤਲਬ ਹੈ ਕਿ ਜ਼ਿੰਮੇਵਾਰ ਤਾਂ ਪੰਜਾਬ ਸਰਕਾਰ ਵੀ ਹੈ, ਤੇ ਪੰਜਾਬ ਪੁਲਿਸ ਦੇ ਹੱਥ ਪਿੱਛੇ ਵੱਡੇ ਹੋਏ ਉਹ ਆਪਣੇ ਚੀਫ ਮਿਨਿਸਟਰ ਤੇ ਹੋਮ ਸੈਕਟਰੀ ਤੇ ਚੀਫ ਸੈਕਟਰੀ ਨੂੰ ਕਿਵੇਂ ਪੁੱਛ ਸਕਦੇ ਹੈ ਕਿ ਤੁਸੀਂ ਇਹ ਜਦੋਂ ਤੁਹਾਡੇ ਕੋਲ ਇਤਲਾਹ ਆ ਗਈ ਸੀ ਇਹਨੂੰ ਮਾਰ ਦੇਣਾ ਹੈ ਤੇ ਤੁਸੀਂ ਉਹਦੀ ਸਿਕਿਉਰਿਟੀ ਵਾਪਸ ਕਰਦੀ ਹੈ, ਤੁਹਾਡਾ ਇਹਦੇ ਵਿੱਚ ਕੀ ਹਿੱਸਾ ਹੈਗਾ ਕਤਲ ਦੇ ਵਿੱਚ? ਤੇ ਜਿਹੜਾ ਇਹ ਮਿੱਟੂ ਖੇੜਾ ਹੈ, ਉੱਥੇ ਉਹ ਖਾਸ ਬੰਦਾ ਇਹ ਸੁਖਬੀਰ ਸਿੰਘ ਦਾ ਤੇ ਬਾਬੂ ਸਾਹਿਬ ਦਾ ਮਾਰਦਾ ਸੀਗਾ, ਤੇ ਪੁਲਿਸ ਨੂੰ ਪੜ੍ਹਨੀ ਚਾਹੀਦੀ ਹੈ ਜਿਹੜੀ ਸਪੀਚ ਦਿੱਤੀ ਹੈ ਮਿੱਟੂ ਖੇੜੇ ਦੇ ਭੋਗ ਦੇ ਉੱਤੇ ਸੁਖਬੀਰ ਸਿੰਘ ਨੇ ਤੇ ਹੋਰਾਂ ਨੇ, ਉਹਦੇ ਵਿੱਚ ਕੀ ਕੁਛ ਕਿਹਾ ਹੈ, ਉਹਦੇ 'ਚੋਂ ਬਹੁਤ ਕੁਛ ਲੱਭੂਗਾ ਜਿਹਦੀ ਇਨਵੈਸਟੀਗੇਸ਼ਨ ਹੋਰ ਅੱਗੇ ਚੱਲ ਸਕਦੀ ਹੈ। ਇਹ ਬਾਦਲਾਂ ਦੀ ਵੀ ਤਫਤੀਸ਼ ਇਸ ਕੇਸ ਦੇ ਵਿੱਚ ਹੋਣੀ ਚਾਹੀਦੀ ਹੈ ਤੇ ਸਰਕਾਰ ਦੇ ਵੀ ਹੋਣੀ ਚਾਹੀਦੀ ਹੈ, ਮਾਨ ਸਾਹਿਬ ਦੀ ਵੀ ਤੇ ਚੀਫ ਸੈਕਟਰੀ ਤੇ ਹੋਮ ਸੈਕਟਰੀ ਤੇ ਡੀਜੀਪੀ ਦੀ ਵੀ। ਇੱਕ ਮਾਨ ਸਾਹਿਬ, ਦੀਪ ਸਿੱਧੂ ਜੀ ਦਾ ਜਿਸ ਤਰ੍ਹਾਂ ਐਕਸੀਡੈਂਟ ਦਿਖਾਇਆ ਗਿਆ ਸੀ, ਲੋਕਾਂ ਦੇ ਅੰਦਰ ਰੋਹ ਸੀ ਇਸ ਗੱਲ ਦਾ, ਤੁਸੀਂ ਉਦੋਂ ਵੀ ਇਹ ਗੱਲ ਕਹੀ ਸੀ ਵੀ ਇਹ ਜਿਹੜੇ ਇੰਟਰਨੈਸ਼ਨਲ ਲੈਵਲ ਤੇ ਇਹਦੀ ਜਾਂਚ ਹੋਣੀ ਚਾਹੀਦੀ ਹੈ, ਕੀ ਇਹ ਪੋਸੀਬਲ ਹੈ ਜਾਂ ਸਿਰਫ ਬਿਆਨ ਹੀ ਰਹਿ ਜਾਣਗੇ ਜੀ? ਬਿਆਨ ਤਾਂ ਰਹਿ ਵੀ ਜਾਣਗੇ ਤਾਂ ਹੋ ਵੀ ਸਕਦੇ ਹੈ, ਕਿਉਂ ਕਰਕੇ ਲੀਬੀਆ ਦਾ ਪ੍ਰਾਈਮ ਮਿਨਿਸਟਰ ਸੀਗਾ ਇਹ ਉਹਦਾ ਨਾਮ ਸੀਗਾ, ਚਲੋ ਜੀ, ਉਹਨੂੰ ਕਤਲ ਕੀਤਾ ਗਿਆ ਸੀ, ਹਰਾਰੇ ਸੀਗਾ ਉਹਦਾ ਨਾਮ, ਪ੍ਰਾਈਮ ਮਿਨਿਸਟਰ ਲੈਬਨਾਨ ਦਾ। ਤੇ ਉਦੋਂ ਲੋਕਾਂ ਨੂੰ ਆਪਣੀ ਸਰਕਾਰ ਦੇ ਉੱਤੇ ਭਰੋਸਾ ਨਹੀਂ ਸੀਗਾ ਕਿ ਇਹਦੀ ਤਫਤੀਸ਼ ਠੀਕ ਹੋਊਗੀ, ਫਿਰ UN ਨੇ ਕਰਵਾਈ ਸੀਗੀ। ਫਿਰ ਦੂਜਾ ਆਪਣੇ ਨਾਲ ਲੱਗਦਾ ਮੁਲਕ ਹੈਗਾ ਪਾਕਿਸਤਾਨ, ਉੱਥੋਂ ਦੀ ਬੀਬੀ ਬੇਨਜ਼ੀਰ ਭੁੱਟੋ ਨੂੰ ਮਾਰ ਦਿੱਤਾ ਗਿਆ ਸੀਗਾ, ਤੇ ਲੋਕਾਂ ਨੂੰ ਵਿਸ਼ਵਾਸ ਨਹੀਂ ਸੀਗਾ ਕਿ
ਪਾਕਿਸਤਾਨ ਦੀ ਉਸ ਵੇਲੇ ਦੀ ਸਰਕਾਰ ਉਹਦੀ ਸਹੀ ਢੰਗ ਦੇ ਨਾਲ ਤਫਤੀਸ਼ ਕਰੂਗੀ, ਜੀ ਫਿਰ UN ਤੋਂ ਤਫਤੀਸ਼ ਹੋਊਗੀ। ਸੋ ਉਸ ਪੈਟਰਨ ਦੇ ਉੱਤੇ ਅਸੀਂ ਚਾਹੁੰਦੇ ਹਾਂ ਕਿ ਜੇ ਸਰਕਾਰ ਦਾ ਨਾਂ ਆਉਂਦਾ ਇਹਨਾਂ ਦੋਨੋਂ ਕਤਲਾਂ ਦੇ ਵਿੱਚ, ਤੇ ਸਰਕਾਰ ਤਾਂ ਫਿਰ ਨਹੀਂ ਕਰ ਸਕਦੀ ਹੈਗੀ, ਉਹਦਾ ਤਾਂ ਇੰਟਰਸਟ ਹੈ ਕਿ ਇਹ ਨਾ ਹੋਵੇ। ਇਸ ਕਰਕੇ ਅਸੀਂ UN ਦੀ ਤਫਤੀਸ਼ ਮੰਗਦੇ ਹਾਂ। ਦਲੀਲ ਦੇ ਨਾਲ ਐਵੇਂ ਨਹੀਂ ਤੋਹਫਾ ਛੱਡਤਾ, ਤੁਹਾਨੂੰ ਐਗਜ਼ਾਮਪਲ ਦੇ ਕੇ, ਮਿਸਾਲ ਦੇ ਕੇ ਦੱਸ ਰਹੇ ਹਾਂ, ਐਵੇਂ ਨਹੀਂ ਬੋਲਦੇ ਅਸੀਂ। ਹਾਂ, ਇਹ ਪਾਰਲੀਮੈਂਟ 'ਚ ਵੀ ਕਿਹਾ ਜਾਊਗਾ। ਜੀ ਆਇਓ ਤਾਂ ਬਸ